ਤੇ ਅੱਜ ਆਪਾਂ ਗੱਲ ਕਰਾਂਗੇ ਸੈਂਟੀਨੀਅਲ ਕਾਲਜ ਦੇ ਅੰਦਰ ਇੱਕ ਪ੍ਰੋਗਰਾਮ ਦਾ ਨੇਮ ਹੈ ਆਫਿਸ ਐਡਮਿਨਿਸਟ੍ਰੇਸ਼ਨ ਹੈਲਥ ਸਰਵਿਸਿਜ਼। ਇਹਨਾਂ ਦੇ ਬਾਰੇ ਆਪਾਂ ਡਿਟੇਲ ਵਿੱਚ ਡਿਸਕਸ ਕਰਾਂਗੇ ਇਸ ਵੀਡੀਓ 'ਚ। ਤਾਂ ਫਸਟ ਆਫ ਆਲ ਆਪਾਂ ਗੱਲ ਕਰਾਂਗੇ ਪ੍ਰੋਗਰਾਮ ਡਿਟੇਲਸ ਦੀ। ਪ੍ਰੋਗਰਾਮ ਕੋਡ ਹੈ 2603। ਕਿਸੇ ਵੀ ਪ੍ਰੋਗਰਾਮ ਨੂੰ ਤੁਸੀਂ ਉਹਨਾਂ ਦੇ ਨੇਮਸ ਤੋਂ ਆਇਡੈਂਟੀਫਾਈ ਕਰਨ ਦੀ ਕੋਸ਼ਿਸ਼ ਨਾ ਕਰੋ, ਮਿਕਸ ਅਪ ਹੋ ਜਾਓਗੇ। ਹਮੇਸ਼ਾ ਪ੍ਰੋਗਰਾਮ ਕੋਡ ਨੂੰ ਫੋਲੋ ਕਰਨਾ। ਉਸ ਤੋਂ ਬਾਅਦ ਨੈਕਸਟ ਇੰਪੋਰਟੈਂਟ ਚੀਜ਼ ਆਉਂਦੀ ਹੈ ਜੀ ਕ੍ਰੈਡੈਂਸ਼ੀਅਲ। ਤੁਹਾਨੂੰ ਓਨਟਾਰੀਓ ਕਾਲਜ ਡਿਪਲੋਮਾ ਐਲੋਕੇਟ ਹੋਏਗਾ ਜੀ ਜਦੋਂ ਤੁਸੀਂ ਇਹਨੂੰ ਕੰਪਲੀਟ ਕਰ ਲਿਆ। ਫਰਦਰ ਆਪਾਂ ਦੇਖੋ ਜੀ ਪ੍ਰੋਗਰਾਮ ਟਾਈਪ ਕੀ ਹੈ, ਪੋਸਟ ਸੈਕੰਡਰੀ ਪ੍ਰੋਗਰਾਮ, ਯਾਨੀ ਕਿ 10+2 ਤੋਂ ਬਾਅਦ ਬੱਚਾ ਇਸ ਨੂੰ ਕਰ ਸਕਦਾ। ਪ੍ਰੋਗਰਾਮ ਲੈਂਥ ਕਿੰਨੀ ਹੈ? 2 ਸਾਲ ਦਾ ਪ੍ਰੋਗਰਾਮ ਹੈ ਜੀ, 4 ਸਮੈਸਟਰ ਚੱਲਣਗੇ। ਸਟਾਰਟ ਡੇਟ ਕਦੋਂ ਹੈ? ਫਾਲ ਯਾਨੀ ਕਿ ਸੈਪਟੈਂਬਰ, ਤੇ ਵਿੰਟਰ ਯਾਨੀ ਕਿ ਜਨਵਰੀ ਇਨਟੇਕ ਹੈ। ਮੇ ਇਨਟੇਕ ਇਸ ਕੋਰਸ ਲਈ ਅਵੇਲੇਬਲ ਨਹੀਂ ਹੈ। ਐਂਡ ਲਾਸਟ ਹੋ ਗਿਆ ਲੋਕੇਸ਼ਨ ਆਫ ਦਾ ਕੈਂਪਸ, ਪ੍ਰੋਗਰੈਸ ਕੈਂਪਸ। ਇਹ ਇਹਨਾਂ ਦਾ ਮੇਨ ਕੈਂਪਸ ਹੈ ਸੈਂਟੀਨੀਅਲ ਕਾਲਜ ਦਾ, ਸਕਾਰਬਰੋ ਦੇ ਅੰਦਰ। ਨੈਕਸਟ ਆਪਾਂ ਗੱਲ ਕਰਾਂਗੇ ਕਿ ਇਹ ਪ੍ਰੋਗਰਾਮ ਹੈ ਕਿੰਨਾਂ ਲਈ। ਤਾਂ ਜਨਰਲੀ ਜੋ ਬੱਚੇ ਆਪਣੇ ਕੋਲੋਂ 10+2 ਮੈਡੀਕਲ ਨਾਲ ਕਰਦੇ ਆ, ਉਹ ਸਟੂਡੈਂਟਸ ਨੂੰ ਅਗਰ ਮੈਡੀਕਲ ਦੇ ਅੰਦਰ ਬਹੁਤ ਜ਼ਿਆਦਾ ਉਹਨਾਂ ਦਾ ਅੱਛਾ ਰੈਂਕ, ਅੱਛਾ ਸਕੋਰ ਨਹੀਂ ਹੈ, ਜਾਂ ਉਹ ਡਾਕਟਰਸ ਜਾਂ ਨਰਸਿਸ ਬਣਨ 'ਚ ਇੰਟਰਸਟਿਡ ਨਹੀਂ ਹੈ, ਤਾਂ ਉਹਨਾਂ ਲਈ ਕੁਝ ਇੱਦਾਂ ਦੇ ਇੱਕ ਆਪਸ਼ਨ ਇਸ ਦੇ ਅੰਦਰ ਆਉਂਦੀ ਹੈ ਕਿ ਜਿਹੜੇ ਹਸਪੀਟਲਸ ਆ ਉਹਨਾਂ ਦੇ ਅੰਦਰ ਕਲੈਰੀਕਲ ਡਿਪਾਰਟਮੈਂਟ ਹੈ, ਜਿੱਥੇ ਪੇਸ਼ੈਂਟ ਦਾ, ਡਾਕਟਰ ਦਾ, ਉੱਥੇ ਵਰਕਫੋਰਸ ਦਾ, ਮੈਡੀਕਲ ਇਕੁਇਪਮੈਂਟ ਦਾ, ਮੈਡੀਕਲ ਏਡਸ ਦਾ, ਸਾਰੀਆਂ ਚੀਜ਼ਾਂ ਦਾ ਰਿਕਾਰਡ ਮੇਨਟੇਨ ਕੀਤਾ ਜਾਂਦਾ। ਫਾਈਨੈਂਸ਼ੀਅਲ ਸਟੇਟਮੈਂਟਸ ਮੇਨਟੇਨ ਕੀਤੀਆਂ ਜਾਂਦੀਆਂ, ਜਾਂ ਫਿਰ ਉਹਨਾਂ ਦੇ ਰਿਲੇਟਿਡ ਹੀ ਕੁਝ ਟ੍ਰਾਂਜੈਕਸ਼ਨਸ ਹੁੰਦੀਆਂ। ਜਨਰਲ ਕੀ ਹੈ, ਇਹ ਇੱਕ ਆਫਿਸ ਵਰਕ ਦਾ এনवायरमेंट ਹੈਗਾ ਉਹਨਾਂ ਕੋਲੇ। ਐਂਡ ਮੈਡੀਕਲ ਟਰਮੀਨੋਲੋਜੀ ਦੇ ਨਾਲ ਡੀਲ ਕਰਨਾ ਉਹਨਾਂ ਨੇ, ਮੈਡੀਕਲ ਟ੍ਰਾਂਸਕ੍ਰਿਪਟਸ ਨਾਲ ਡੀਲ ਕਰਨਾ ਹੈ। ਤਾਂ ਮੈਡੀਕਲ ਐਂਡ ਆਫਿਸ ਐਡਮਿਨਿਸਟ੍ਰੇਸ਼ਨ ਦੋਨਾਂ ਦਾ ਇਹ ਕੰਬਾਈਨਡ ਕੋਰਸ ਹੈਗਾ, ਜਿਹਦੇ ਵਿੱਚ ਮੈਡੀਕਲ ਪ੍ਰੈਕਟਿਸਿਸ, ਮੈਡੀਕਲ ਪ੍ਰੋਸੀਜਰ ਹੋ ਗਏ, ਜਿਹੜੇ ਵੀ ਹਸਪੀਟਲਸ ਦੇ ਅੰਦਰ ਜਾਂ ਇੰਡੀਵਿਜੂਅਲ ਕਲੀਨਿਕਸ ਦੇ ਅੰਦਰ ਫੋਲੋ ਕੀਤੇ ਜਾਂਦੇ ਆ, ਉਹਨਾਂ ਦੀ ਰਿਕਾਰਡ ਕੀਪਿੰਗ, ਮੇਨਟੇਨੈਂਸ, ਇਹ ਸਾਰੀਆਂ ਚੀਜ਼ਾਂ ਇਹਦੇ ਨਾਲ ਡੀਲ ਕਰਦੇ ਆ। ਨੈਕਸਟ ਆਪਾਂ ਗੱਲ ਕਰਾਂਗੇ ਜੀ ਇਹਦੇ ਅੰਦਰ ਕਿਹੜੇ ਕੋਰਸਿਸ ਹੈਗੇ ਆ। 4 ਸਮੈਸਟਰਸ ਦੇ ਅੰਦਰ ਡਿਵਾਈਡ ਹੈ। ਪਹਿਲੇ ਸਮੈਸਟਰ ਦੇ ਅੰਦਰ ਕਾਲਜ ਕਮਿਊਨੀਕੇਸ਼ਨ, ਜਨਰਲ ਕਮਿਊਨੀਕੇਸ਼ਨ ਬੇਸਡ ਹੋਏਗਾ, ਤੁਹਾਡੇ ਕੋਲ ਇੰਗਲਿਸ਼ ਨਾਲ ਡੀਲ ਕਰੇਗਾ ਇਹ ਸਬਜੈਕਟ। ਫਿਰ ਹੈਗਾ ਜਨਰਲ ਐਜੂਕੇਸ਼ਨ, ਅਬਾਊਟ ਦਾ ਬੇਸਿਕ ਡਿਟੇਲਸ ਆਫ ਦਾ ਕੋਰਸ, ਅਬਾਊਟ ਦਾ ਬੇਸਿਕ ਡਿਟੇਲਸ ਆਫ ਦਾ ਆਫਿਸ ਐਡਮਿਨਿਸਟ੍ਰੇਸ਼ਨ, ਕੀਬੋਰਡਿੰਗ ਸਕਿੱਲਸ, ਤੁਹਾਨੂੰ ਟਾਈਪਿੰਗ ਵਗੈਰਾ ਸਿਖਾਈ ਜਾਂਦੀ ਹੈ। ਆਫਿਸ ਐਡਮਿਨਿਸਟ੍ਰੇਸ਼ਨ ਟੈਕਨੋਲੋਜੀ, ਜਿਹੜੇ ਹਾਰਡਵੇਅਰ ਸੌਫਟਵੇਅਰ ਯੂਟਿਲਾਈਜ਼ ਹੁੰਦੇ ਉਹਨਾਂ ਬਾਰੇ ਇਨਫੋਰਮੇਸ਼ਨ। ਨੈਕਸਟ ਵਰਡ ਪ੍ਰੋਸੈਸਿੰਗ ਐਂਡ ਡਾਕੂਮੈਂਟ ਰਿਵਿਊ, ਪ੍ਰੂਫ ਰੀਡਿੰਗ। ਇਹਦੇ ਵਿੱਚ ਤੁਹਾਨੂੰ ਮਾਈਕਰੋਸੋਫਟ ਵਰਡ ਜਾਂ ਫਿਰ ਆਫਿਸ ਲਿਬਰੇ ਦੇ ਅੰਦਰ ਤੁਹਾਨੂੰ ਇੱਕ ਡਾਕੂਮੈਂਟ ਕ੍ਰੀਏਟ ਕਰਨਾ ਸਿਖਾਇਆ ਜਾਏਗਾ, ਉਹਦੀ ਐਡੀਟਿੰਗ, ਮੈਨੀਪੂਲੇਸ਼ਨ, ਕਿੱਦਾਂ ਡਾਕੂਮੈਂਟ ਹੋਰ ਜਗ੍ਹਾ 'ਤੇ ਯੂਜ਼ ਹੋ ਸਕਦਾ ਹੈ, ਉਸ ਡਾਕੂਮੈਂਟ ਨੂੰ ਰਿਵਿਊ ਕਿੱਦਾਂ ਕਰਨਾ, ਲੈਟਰਸ ਕਿਵੇਂ ਬਣਾਉਣੇ, ਮੈਮੋਜ਼ ਕਿਵੇਂ ਬਣਾਉਣੇ, ਪ੍ਰੂਫ ਰੀਡਿੰਗ ਕਿਵੇਂ ਕਰਨੀ ਹੈ, ਉਹ ਸਾਰੀਆਂ ਚੀਜ਼ਾਂ ਦੱਸਣਗੇ। ਐਂਡ ਫਾਈਨੈਂਸ਼ੀਅਲ ਪ੍ਰੋਸੀਜਰਸ, ਬੇਸਿਕ ਤੁਹਾਨੂੰ ਫਾਈਨੈਂਸ ਬਾਰੇ ਦੱਸਿਆ ਜਾਏਗਾ, ਅਕਾਊਂਟਸ ਕੀ ਹੁੰਦੇ ਆ, ਲੈਜਰਸ ਕੀ ਹੁੰਦੇ ਆ, ਕ੍ਰੈਡਿਟ ਡੈਬਿਟਸ ਕਿਵੇਂ ਹੁੰਦਾ, ਕਿਵੇਂ ਪੈਸਾ ਆ ਰਿਹਾ, ਕਿਵੇਂ ਪੈਸਾ ਜਾ ਰਿਹਾ। ਨੈਕਸਟ ਸਮੈਸਟਰ ਦੇ ਆਪਾਂ ਗੱਲ ਕਰਦੇ ਹਾਂ ਕਾਲਜ ਕਮਿਊਨੀਕੇਸ਼ਨ 2, ਥੋੜ੍ਹਾ ਜਿਹਾ ਐਡਵਾਂਸਡ ਲੈਵਲ ਆ ਜਾਂਦਾ। ਕੀਬੋਰਡਿੰਗ 2 ਅਗੇਨ, ਇਹਦਾ ਵੀ ਥੋੜ੍ਹਾ ਜਿਹਾ ਹਾਇਰ ਸਪੀਡ, ਹਾਇਰ ਐਕੂਰੇਸੀ ਮੇਨਟੇਨ ਕਰਨੀ ਸਿਖਾਈ ਜਾਂਦੀ ਹੈ। ਵਰਡ ਪ੍ਰੋਸੈਸਿੰਗ ਐਪਲੀਕੇਸ਼ਨਸ, ਮਾਈਕਰੋਸੋਫਟ ਵਰਡ ਦੇ ਤੁਹਾਨੂੰ ਇੱਥੇ ਐਡਵਾਂਸਡ ਟੂਲਸ ਐਂਡ ਟ੍ਰਿਕਸ ਸਾਰੀਆਂ ਸਿਖਾਈਆਂ ਜਾਂਦੀਆਂ, ਕਿਵੇਂ ਉਹਨਾਂ ਨੂੰ ਯੂਟਿਲਾਈਜ਼ ਕਰਨਾ। ਤੇ ਨੈਕਸਟ ਆ ਗਿਆ ਜੀ ਕੈਰੀਅਰ ਰੈਡੀਨੈਸ, ਕਿਵੇਂ ਤੁਸੀਂ ਜੌਬਸ ਸਰਚ ਕਰਨੀ ਹੈ, ਆਪਣੇ ਰਿਲੇਟਿਡ ਕਿੱਦਾਂ ਆਪਣਾ ਰਿਜ਼ਿਊਮੇ ਪ੍ਰਿਪੇਅਰ ਕਰਨਾ, ਐਂਡ ਫਾਈਨਲੀ ਕਿੱਦਾਂ ਅਪਲਾਈ ਕਰਨਾ ਜੌਬਸ ਲਈ। ਉਸ ਤੋਂ ਬਾਅਦ ਆ ਗਿਆ ਆਫਿਸ ਐਡਮਿਨਿਸਟ੍ਰੇਸ਼ਨ ਟੈਕਨੋਲੋਜੀ। ਇਹ ਵੀ ਆਫਿਸ ਐਡਮਿਨਿਸਟ੍ਰੇਸ਼ਨ ਟੈਕਨੋਲੋਜੀ 1 ਦਾ ਐਡਵਾਂਸਡ ਪਾਰਟ ਹੈ। ਤੁਸੀਂ ਕਿਹੜੇ ਸੌਫਟਵੇਅਰਸ ਯੂਜ਼ ਕਰਦੇ ਹੋ, ਉਹਨਾਂ ਦੇ ਅੰਦਰ ਕਿੱਦਾਂ ਡੇਟਾ ਸੈਂਡ ਰਿਸੀਵ ਹੋ ਰਿਹਾ, ਕਿੱਦਾਂ ਐਨਾਲਿਸਿਸ ਹੋ ਰਿਹਾ, ਕਿੱਦਾਂ ਤੁਸੀਂ ਉਹਨੂੰ ਵਿਜ਼ੂਅਲਾਈਜ਼ ਕਰਨਾ ਹੈ, ਸਾਰੀਆਂ ਚੀਜ਼ਾਂ ਸਿਖਾਈਆਂ ਜਾਣਗੀਆਂ। ਆਫਿਸ ਪ੍ਰੋਸੀਜਰ ਐਂਡ ਕਮਿਊਨੀਕੇਸ਼ਨ, ਇੱਕ ਆਫਿਸ এনवायरमेंट ਦੇ ਅੰਦਰ ਇਨਫੋਰਮੇਸ਼ਨ ਇੱਕ ਜਗ੍ਹਾ ਤੋਂ ਕਿਵੇਂ ਦੂਸਰੀ ਜਗ੍ਹਾ ਜਾਂਦੀ ਹੈ, ਪੇਸ਼ੈਂਟ ਤੋਂ ਕਿਵੇਂ ਰਿਸੀਵ ਕਰਨੀ ਹੈ, ਜਾਂ ਪੇਸ਼ੈਂਟ ਨੂੰ ਕਿੱਦਾਂ ਇਨਫੋਰਮੇਸ਼ਨ ਡਿਲੀਵਰ ਕਰਨੀ ਹੈ ਯੂਜ਼ਿੰਗ ਦ ਸੌਫਟਵੇਅਰ, ਹਾਰਡਵੇਅਰ, ਰਿਪੋਰਟ ਮੇਕਿੰਗ ਕਿਵੇਂ ਹੋਊਗੀ ਉਹਨਾਂ ਦੀ, ਇਹ ਸਾਰੀਆਂ ਚੀਜ਼ਾਂ ਇਹ 'ਚ ਡਿਸਕਸ ਹੁੰਦੀਆਂ। ਲਾਸਟ ਦੇ ਉੱਤੇ ਆ ਜਾਂਦੇ ਮਸ਼ੀਨ ਟ੍ਰਾਂਸਕ੍ਰਿਪਸ਼ਨ, ਸਕੈਨਿੰਗ ਮਸ਼ੀਨ ਹੈ, ਉਹਨਾਂ ਦੀਆਂ ਜਿਹੜੇ ਰਿਜ਼ਲਟਸ ਆ ਉਹਨਾਂ ਨੂੰ ਕਿੱਦਾਂ ਤੁਸੀਂ ਡਾਕੂਮੈਂਟੇਸ਼ਨ ਦੇ ਅੰਦਰ ਪ੍ਰਿਪੇਅਰ ਕਰਨਾ, ਰਿਪੋਰਟਸ ਕਿੱਦਾਂ ਜਨਰੇਟ ਕਰਨੀ ਹੈ, ਜਾਂ ਕੁਝ ਕਿੱਦਾਂ ਉਹਦੇ ਮੀਟ੍ਰਿਕਸ ਸੈੱਟ ਕਰਨੇ ਆ, ਇਹ ਸਾਰੀ ਇਨਫੋਰਮੇਸ਼ਨ ਹੈ। ਨੈਕਸਟ ਸਬਜੈਕਟ ਦੇ ਅੰਦਰ ਤੁਹਾਨੂੰ ਆ ਰਿਹਾ ਜੀ ਗਲੋਬਲ ਸਿਟੀਜ਼ਨਸ਼ਿਪ, ਕਿੱਦਾਂ ਕੈਨੇਡੀਅਨ ਸਿਸਟਮ ਚੱਲਦਾ, ਉੱਥੇ ਕਿਹਦੇ ਕੋਲ ਕੀ ਵੈਲਿਊਜ਼ ਹੈ, ਰਾਈਟਸ ਹੈ, ਕਿੱਦਾਂ ਉਹਨਾਂ ਨੂੰ ਪ੍ਰੈਕਟਿਸ ਕਰਨਾ ਹੈ, ਕਿਹੜੀਆਂ ਫੈਸਿਲਿਟੀਜ਼ ਹਸਪੀਟਲ ਦੇ ਵਿੱਚ ਜਾਂ ਆਫਿਸ ਐਡਮਿਨਿਸਟ੍ਰੇਸ਼ਨ ਦੇ ਵਿੱਚ ਦੇਣੀਆਂ, ਲੀਗਲ ਚੀਜ਼ਾਂ ਕਿਹੜੀਆਂ, ਇਲੀਗਲ ਕਿਹੜੀਆਂ। ਥਰਡ ਤੇ ਕੀਬੋਰਡਿੰਗ ਐਡਵਾਂਸਡ ਆ ਜਾਂਦਾ, ਕੀਬੋਰਡਿੰਗ ਲੈਵਲ 3। ਇਹਦੇ ਵਿੱਚ ਤੁਹਾਨੂੰ ਹੋਰ ਅੱਛੀ ਕੀਬੋਰਡਿੰਗ ਪ੍ਰੈਕਟਿਸ ਕਰਵਾਈ ਜਾਂਦੀ ਹੈ, ਕਿਉਂਕਿ ਆਫਿਸ ਐਡਮਿਨਿਸਟ੍ਰੇਸ਼ਨ ਦਾ ਇਹ ਕੋਰਸ ਹੈ, ਇਹਦੇ ਵਿੱਚ ਜਨਰਲੀ ਐਜ਼ ਅ ਤੁਸੀਂ ਕਲਰਕ ਹੀ ਮੰਨ ਲਓ, ਤੁਸੀਂ ਐਜ਼ ਅ ਐਗਜ਼ੀਕਿਊਟਿਵ ਉੱਥੇ ਕਿਤੇ ਜੌਬ ਕਰੋਗੇ ਜਿੱਥੇ ਟਾਈਪਿੰਗ ਬਹੁਤ ਜ਼ਿਆਦਾ ਹੋਏਗੀ, ਆਫਿਸ ਵਰਕ ਬਹੁਤ ਜ਼ਿਆਦਾ ਹੋਏਗਾ, ਐਂਡ ਇਸ ਕਰਕੇ ਤੁਹਾਨੂੰ ਕੀਬੋਰਡਿੰਗ ਦੀ ਜ਼ਿਆਦਾ ਤੋਂ ਜ਼ਿਆਦਾ ਪ੍ਰੈਕਟਿਸ ਕਰਾਈ ਜਾਂਦੀ ਹੈ। ਨੈਕਸਟ ਜੋ ਸਬਜੈਕਟ ਹੈ ਇੰਟੈਗ੍ਰੇਟਿਡ ਸੌਫਟਵੇਅਰ ਐਪਲੀਕੇਸ਼ਨਸ, ਕਿਹੜੇ ਸੌਫਟਵੇਅਰਸ ਹੈ ਜਿਹੜੇ ਉੱਥੇ ਦੇ ਹਸਪੀਟਲਸ ਯੂਟਿਲਾਈਜ਼ ਕਰਦੇ ਆ ਟੂ ਕੀਪ ਟਰੈਕ ਆਫ ਦਾ ਪੇਸ਼ੈਂਟ, ਉਹਦੀ ਹੈਲਥ ਨੂੰ ਮੋਨੀਟਰ ਕਰਨ ਲਈ, ਐਂਡ ਕਿੱਦਾਂ ਉਹ ਸੌਫਟਵੇਅਰਸ ਨੂੰ ਯੂਜ਼ ਕੀਤਾ। ਇੱਕ ਸੈਂਪਲ ਸੌਫਟਵੇਅਰ ਹੋਏਗਾ ਇਹਦੇ ਅੰਦਰ ਤੁਹਾਨੂੰ ਸਿਖਾਉਣਗੇ। ਮੈਡੀਕਲ ਟਰਮੀਨੋਲੋਜੀ, ਤਾਂ ਕਿ ਜਿਹੜੇ ਅਸਿਸਟੈਂਟ ਹੈ ਫੋਰ ਐਗਜ਼ਾਮਪਲ ਤੁਸੀਂ ਜੋ ਡੀਲ ਕਰ ਰਹੇ ਹੋ ਤਾਂ ਮੈਡੀਕਲ ਟਰਮੀਨੋਲੋਜੀ ਵੀ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ, ਜਿਹਦੇ ਨਾਲ ਤੁਹਾਨੂੰ ਰਿਪੋਰਟਸ ਐਂਡ ਡਾਕੂਮੈਂਟਸ ਨੂੰ ਈਜ਼ੀਲੀ ਅੰਡਰਸਟੈਂਡ ਕਰਨਾ, ਰੀਡ ਕਰਨਾ ਆ ਜਾਏਗਾ। ਲਾਸਟ ਦੇ ਉੱਤੇ 3 ਸਬਜੈਕਟ ਤੁਹਾਨੂੰ ਮਿਲ ਰਹੇ ਆ, ਦੈਟ ਇਜ਼ ਐਨੈਟਮੀ ਆਫ ਹੈਲਥ
ਐਡਮਿਨਿਸਟ੍ਰੇਸ਼ਨ, ਮੈਡੀਕਲ ਆਫਿਸ ਪ੍ਰੋਸੀਜਰਸ, ਮੈਡੀਕਲ ਮਸ਼ੀਨ ਟ੍ਰਾਂਸਕ੍ਰਿਪਸ਼ਨ। ਇਹ ਪਿਓਰਲੀ ਮੈਡੀਕਲ ਦੇ ਨਾਲ ਰਿਲੇਟਡ ਹੈ, ਬੇਸਿਕਸ ਹੋਣਗੇ, ਨਾਟ ਸਮਥਿੰਗ ਰਿਲੇਟਡ ਟੂ ਸਰਜਰੀ ਐਂਡ ਆਲ। ਬਸ ਸਿਰਫ ਉਹੀ ਚੀਜ਼ਾਂ ਆ ਗਈਆਂ ਜਿਵੇਂ ਕਿ ਕਲੀਨਿਕਲ ਲੈਬੋਰੇਟਰੀ ਦੀਆਂ ਤੁਸੀਂ ਰਿਪੋਰਟਸ ਨੂੰ ਕਿੱਦਾਂ ਮੈਨੇਜ ਕਰਨਾ, ਰੀਡ ਕਰਨਾ, ਕਿੱਦਾਂ ਉਹਨਾਂ ਦੇ ਬੇਸ ਤੇ ਕੁਝ ਰਿਜ਼ਲਟਸ ਡਿਰਾਈਵ ਕਰਨੇ ਆ। ਫਾਈਨਲੀ ਸਮੈਸਟਰ 4 ਦੇ ਵਿੱਚ ਤੁਹਾਡੇ ਕੋਲੇ ਜਨਰਲ ਐਜੂਕੇਸ਼ਨ ਹੈ, ਇਲੈਕਟਿਵ। ਜਨਰਲ ਐਜੂਕੇਸ਼ਨ ਦੇ ਅੰਦਰ ਇੱਕ ਸਬਜੈਕਟ ਹੋਏਗਾ, ਉਹਨੂੰ ਤੁਸੀਂ ਜਨਰਲੀ ਸਟੱਡੀ ਕਰਨਾ ਹੈ, ਕੇਸ ਸਟੱਡੀਜ਼ ਹੋਣਗੀਆਂ, ਅਸਾਈਨਮੈਂਟਸ ਹੋਣਗੀਆਂ, ਉਹਨਾਂ ਨੂੰ ਰੀਡ ਕਰਕੇ ਸਮਝਣਾ ਹੈ। ਕੀਬੋਰਡਿੰਗ 4 ਬਿਲਕੁਲ ਐਡਵਾਂਸਡ ਲੈਵਲ ਦੀ ਕੀਬੋਰਡਿੰਗ ਹੈ। ਅਗੇਨ ਦਿਸ ਇਜ਼ ਜਸਟ ਅ ਪ੍ਰੈਕਟਿਸ। ਲੈਵਲ 3 ਤੇ ਲੈਵਲ 4 ਆਲਮੋਸਟ ਸੇਮ ਹੁੰਦੇ ਆ। ਫੀਲਡ ਪਲੇਸਮੈਂਟ ਦੇ ਵਿੱਚ ਕੀ ਆ ਗਿਆ, ਤੁਹਾਨੂੰ ਇੱਕ ਕਾਲਜ ਦੇ ਅੰਦਰ ਟੀਚਰਸ ਅਸਿਸਟ ਕਰਨਗੇ ਕਿ ਤੁਸੀਂ ਆਪਣੇ ਰੀਜਨ 'ਚ ਜਾਓ, ਉੱਥੇ ਜਾ ਕੇ ਕੁਝ ਫੀਲਡ ਦੇ ਅੰਦਰ ਕੁਝ ਜੌਬਸ ਫਾਈਂਡ ਆਊਟ ਕਰੋ, ਉੱਥੋਂ ਐਕਸਪੀਰੀਅੰਸ ਲੈ ਕੇ ਆਓ, ਉੱਥੇ ਦਾ ਦੇਖੋ এনवायरमेंट ਕਿੱਦਾਂ, ਕਿੱਦਾਂ ਦੇ ਟੂਲਸ ਯੂਜ਼ ਹੋ ਰਹੇ ਆ, ਕਿੱਦਾਂ ਦੀ ਪ੍ਰੈਕਟਿਸਿਸ ਹੈ, ਤਾਂ ਕਿ ਤੁਹਾਨੂੰ ਵੀ ਰੀਅਲ ਟਾਈਮ এনवायरमेंट ਮਿਲ ਜਾਏ, ਤਾਂ ਕਿ ਜੋ ਕਿ ਤੁਹਾਨੂੰ ਜੌਬ ਲੈਣ ਦੇ ਵਿੱਚ ਆਸਾਨੀ ਕਰੇਗਾ। ਸੈਕਿੰਡ ਲਾਸਟ ਦੇ ਉੱਤੇ ਹੈਗਾ ਮੈਡੀਕਲ ਟਰਮੀਨੋਲੋਜੀ 2, ਜਿਹਦੇ ਵਿੱਚ ਤੁਹਾਨੂੰ ਸਾਰੇ ਮੈਡੀਕਲ ਟਰਮੀਨੋਲੋਜੀ ਦੇ ਐਡਵਾਂਸਡ ਚੀਜ਼ਾਂ ਸਿਖਾਈਆਂ ਜਾਣਗੀਆਂ। ਪਹਿਲਾਂ ਬੇਸਿਕ ਆਏਗਾ, ਇਸ ਤੋਂ ਬਾਅਦ ਐਡਵਾਂਸ ਆ ਜਾਏਗਾ, ਐਂਡ ਲਾਸਟਲੀ ਤੁਹਾਡੇ ਕੋਲ ਮੈਡੀਕਲ ਆਫਿਸ ਅਸਿਸਟਿੰਗ ਤੇ ਬਿਲਿੰਗ, ਫਾਈਨੈਂਸ਼ੀਅਲ ਸਟੇਟਮੈਂਟਸ ਰੀਡ ਕਰਨੀਆਂ, ਕਿੱਦਾਂ ਤੁਸੀਂ ਹਸਪੀਟਲ ਲਈ, ਪੇਸ਼ੈਂਟ ਲਈ ਜਾਂ ਫਿਰ ਡਾਕਟਰਸ ਲਈ ਉਹਨਾਂ ਦੇ ਪੇਰੋਲ ਵਗੈਰਾ ਪ੍ਰਿਪੇਅਰ ਕਰਨੇ ਆ, ਬਿਲਸ ਜਨਰੇਟ ਕਰਨੇ ਆ, ਤਾਂ ਇਹ ਸਾਰੀ ਇਨਫੋਰਮੇਸ਼ਨ ਹੋਏਗੀ। ਹੁਣ ਆਪਾਂ ਗੱਲ ਕਰਾਂਗੇ ਕਰੀਅਰ ਆਪਸ਼ਨਸ ਦੀ। ਇਸ ਪ੍ਰੋਗਰਾਮ ਨੂੰ ਕਰਨ ਤੋਂ ਬਾਅਦ ਤੁਹਾਡੇ ਕੋਲੇ ਕਿਹੜੀਆਂ ਕਰੀਅਰ ਆਪਸ਼ਨਸ ਆਉਂਦੀਆਂ, ਤੇ ਜਨਰਲ ਆਪਾਂ ਦੇਖ ਰਹੇ ਹਾਂ ਅਗਰ $20 ਪਰ ਆਰ ਤੋਂ ਲੈ ਕੇ $28-29 ਪਰ ਆਰ ਤੱਕ ਦੇ ਤੁਹਾਨੂੰ ਉਹ ਪੇ ਸਕੇਲ ਮਿਲਣਗੇ, ਜਿਹਦੇ ਵਿੱਚ ਅਲੱਗ-ਅਲੱਗ ਜੌਬ ਆਪਸ਼ਨਸ ਹੈ। ਜਿਵੇਂ ਕਿ ਮੈਡੀਕਲ ਆਫਿਸ ਅਸਿਸਟੈਂਟ ਹੈ ਤਾਂ ਅਪਰੋਕਸੀਮੇਟਲੀ $20 ਪਰ ਆਰ, ਜੋ ਕਿ 2023 ਦੇ ਅੰਦਰ ਚੱਲ ਰਿਹਾ ਹੈ। ਅਗਰ ਆਪਾਂ ਗੱਲ ਕਰਾਂਗੇ ਪਿਓਰਲੀ ਤੁਸੀਂ ਆਫਿਸ ਐਡਮਿਨਿਸਟ੍ਰੇਸ਼ਨ 'ਚ ਚਲੇ ਜਾਂਦੇ ਹੋ ਤਾਂ ਅਪਰੋਕਸੀਮੇਟਲੀ ਤੁਹਾਡੀ $22 ਤੋਂ $25। ਇਹ ਜਿੰਨੀਆਂ ਵੀ ਆਪਾਂ ਪੇ ਸਕੇਲ ਲਿਖੇ ਹੋਏ ਹੈ ਬਿਗਿਨਰਸ ਲਈ ਹੈ। ਇਸ ਤੋਂ ਬਾਅਦ ਤੁਹਾਡੇ ਬੇਸਡ ਔਨ ਦਾ ਐਕਸਪੀਰੀਅੰਸ ਤੁਹਾਡਾ ਪੇ ਸਕੇਲ ਇੰਕਰੀਜ਼ ਹੁੰਦਾ ਰਹਿੰਦਾ। ਹੁਣ ਆਪਾਂ ਗੱਲ ਕਰਾਂਗੇ ਅਗਰ ਇਸ ਪ੍ਰੋਗਰਾਮ ਦੇ ਅੰਦਰ ਤੁਸੀਂ ਐਡਮਿਸ਼ਨ ਲੈਣੀ ਹੈ ਤਾਂ ਕੀ ਚਾਹੀਦਾ। 10+2 ਮੈਡੀਕਲ ਕੀਤੀ ਹੋਣੀ ਚਾਹੀਦੀ ਹੈ, ਏਜ ਤੁਹਾਡੀ 19 ਜਾਂ ਉਸ ਤੋਂ ਜ਼ਿਆਦਾ ਹੋਣੀ ਚਾਹੀਦੀ ਹੈ, ਐਂਡ 10+2 ਦੇ ਵਿੱਚ ਇੰਗਲਿਸ਼ ਕੰਪਲਸਰੀ ਜਾਂ ਆਪਸ਼ਨਲ ਜ਼ਰੂਰ ਕੀਤੀ ਹੋਣੀ ਚਾਹੀਦੀ ਹੈ। ਇੰਗਲਿਸ਼ ਦੀ ਆਪਾਂ ਗੱਲ ਕਰਾਂਗੇ ਤਾਂ IELTS 6.0 ਵਿਦ ਨੋ ਬੈਂਡ ਲੈਸ ਦੈਨ 5.5, PT ਅਕੈਡਮਿਕ ਕੀਤਾ ਹੁੰਦਾ ਤਾਂ 51+ ਸਕੋਰ ਚਾਹੀਦਾ ਤੁਹਾਨੂੰ, ਟੌਫਲ ਕੀਤਾ ਹੋਇਆ ਤਾਂ 550 ਪੇਪਰ ਬੇਸਡ ਵਾਲੇ ਦੇ ਵਿੱਚ ਸਕੋਰ ਚਾਹੀਦਾ। ਲਾਸਟ ਦੇ ਉੱਤੇ ਆਪਾਂ ਗੱਲ ਕਰਦੇ ਹਾਂ, ਆਪਾਂ ਇੰਟਰਨੈਸ਼ਨਲ ਸਟੂਡੈਂਟ ਕੈਟਾਗਰੀ ਦੇ ਵਿੱਚ ਆਉਂਦੇ ਹਾਂ ਤਾਂ 2 ਸਮੈਸਟਰ ਦੀ ਫੀਸ 15,693 ਹੈ ਆਲ ਟੂਗੇਦਰ, ਟੋਟਲ ਇਨਸਿਲਰੀ ਫੀਸ ਵਗੈਰਾ ਪਾ ਕੇ। ਸੋ ਇੰਟਰਨੈਸ਼ਨਲ ਫੀਸ ਅਗਰ ਆਪਾਂ ਟੋਟਲ ਕੈਲਕੂਲੇਟ ਕਰਦੇ ਹਾਂ ਤਾਂ ਇਟ ਬਿਕਮ $17,451 ਕੈਨੇਡੀਅਨ ਡਾਲਰਸ, ਜਿਹੜੀ ਕਿ ਰਫਲੀ ਇੰਡੀਅਨ ਕਰੰਸੀ ਦੇ ਵਿੱਚ ਤੁਸੀਂ ਦੇਖਦੇ ਹੋ ਤਾਂ 11 ਲੱਖ ਦੇ ਆਸ-ਪਾਸ ਇਹ ਫੀਸ ਪੈ ਜਾਂਦੀ ਹੈ। ਹੁਣ ਲਾਸਟ ਦੇ ਉੱਤੇ ਅਸੀਂ ਇੱਕ ਗੱਲ ਕਰਾਂਗੇ, ਜੇ ਤੁਸੀਂ ਇੰਡੀਆ ਦੇ ਵਿੱਚੋਂ ਹੀ ਜਦੋਂ ਆਪਣੀ ਐਡਮਿਸ਼ਨ ਕਨਫਰਮ ਕਰ ਲੈਂਦੇ ਹੋ ਤਾਂ ਤੁਹਾਡੇ ਕੋਲ 1-2 ਮਹੀਨੇ ਦਾ ਟਾਈਮ ਹੁੰਦਾ। ਸਾਡੇ ਕੋਲੇ ਆਨਲਾਈਨ ਕੋਰਸਿਸ ਹੈਗੇ ਆ ਜਿਹੜੇ ਕਿ ਤੁਹਾਨੂੰ ਕੈਨੇਡੀਅਨ ਸਟੈਂਡਰਡਸ ਦੇ ਅਕੋਰਡਿੰਗ, ਤੁਹਾਡੇ ਕਾਲਜ ਦੇ ਅਕੋਰਡਿੰਗ ਪੜ੍ਹਾਏ ਜਾਣਗੇ, ਜੋ ਤੁਸੀਂ ਉੱਥੇ ਜਾ ਕੇ ਰੀਅਲ 'ਚ ਕਰੋਗੇ। ਅਗਰ ਤੁਸੀਂ ਪਹਿਲਾਂ ਹੀ ਇੱਕ ਆਪਣੀ ਪ੍ਰੈਕਟਿਸ ਕਰਕੇ ਚੱਲਦੇ ਹੋ ਤਾਂ ਤੁਹਾਡੇ ਲਈ ਉੱਥੇ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਹੈ। ਨਾਟ ਓਨਲੀ ਇਹ ਤੁਹਾਡਾ ਬਹੁਤ ਜ਼ਿਆਦਾ ਟਾਈਮ ਬਟ ਤੁਹਾਡਾ ਮਨੀ ਵੀ ਸੇਵ ਕਰੇਗੀ। ਕੰਟੈਕਟ ਕਰੋ 9463628940 ਤੇ ਆਪਣੇ ਕੋਰਸ ਬਾਰੇ ਜਾਣਨ ਲਈ। ਦੈਟਸ ਆਲ ਫॉर ਟੁਡੇ ਐਂਡ ਥੈਂਕ ਯੂ, ਹੈਵ ਅ ਵੈਰੀ ਨਾਈਸ ਡੇ।